ਸਤਿ ਸ਼੍ਰੀ ਅਕਾਲ। ਰੌਣਕ ਪੰਜਾਬ ਦੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਯਾਨੀ ਕਿ ਚੰਦਨ ਸਵਾਗਤ ਕਰਦੀ ਹਾਂ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਰੂਬਰੂ ਅੱਜ ਦੇ ਪ੍ਰੋਗਰਾਮ ਇਮੀਗ੍ਰੇਸ਼ਨ ਟਾਕ ਸ਼ੋਅ ਤੇ ਇਸ ਦੇ ਵਿੱਚ ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ ਸਾਡੇ ਐਕਸਪਰਟ ਸੁਖਪਾਲ ਪਰਮਾਰ ਸਰ। ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਜਿਵੇਂ ਕਿ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲਾਂ ਕੀਤੀਆਂ ਸੀ ਕਿ ਵੀਜ਼ੇ ਨੂੰ ਲੈ ਕੇ ਕੀ ਲੋਕਾਂ ਨੂੰ ਜੋ ਹੈ ਮੁਸ਼ਕਿਲਾਂ ਆਉਂਦੀਆਂ ਨੇ ਉਹਨਾਂ ਦੇ ਹੱਲ ਦੱਸੇ ਸੀ। ਸੋ ਅੱਜ ਆਪਾਂ ਬੇਸਿਕਲੀ ਜੋ ਹੈ ਉਹ ਗੱਲ ਕਰਾਂਗੇ ਟੂਰਿਸਟ ਵੀਜ਼ਾ ਬਾਰੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਨੂੰ ਅਪਲਾਈ ਕਰਨਾ ਚਾਹੀਦਾ, ਕੀ ਰਿਕੁਆਇਰਮੈਂਟਸ ਨੇ, ਕੀ ਡਾਕੂਮੈਂਟਸ ਲੱਗਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਕਿ ਜਦੋਂ ਵੀ ਟੂਰਿਸਟ ਵੀਜ਼ਾ ਅਸੀਂ ਲਗਾਉਂਦੇ ਹਾਂ ਕਿਸੇ ਵੀ ਕੰਟਰੀ ਦਾ ਤਾਂ ਕਿੰਨੀ ਦੇਰ ਦਾ ਟੂਰਿਸਟ ਵੀਜ਼ਾ ਜੋ ਹੈ ਸਾਨੂੰ ਮਿਲਦਾ ਹੈ? ਦੇਖੋ ਕੰਟਰੀ ਟੂ ਕੰਟਰੀ ਡਿਪੈਂਡ ਕਰਦਾ ਹੈ। ਫੋਰ ਐਗਜ਼ਾਮਪਲ ਅਗਰ ਅਸੀਂ USA ਦੀ ਗੱਲ ਕਰੀਏ, ਅਗਰ ਤੁਸੀਂ USA ਦਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਹ ਹਮੇਸ਼ਾ 10 ਸਾਲ ਦਾ ਵੀਜ਼ਾ ਦਿੰਦੇ ਮੈਕਸਿਮਮਲੀ। ਬਟ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਕੋਈ ਕਾਨਫਰੰਸ ਅਟੈਂਡ ਕਰਨ ਚਾਹ ਰਹੇ ਹਾਂ ਜਾਂ ਕੁਝ ਪ੍ਰੋਫੈਸ਼ਨਲ ਤੁਹਾਡਾ ਉੱਥੇ ਕੰਮ ਹੈਗਾ ਤਾਂ ਉਹ ਥੋੜ੍ਹੀ ਦੇਰ ਦਾ ਵੀ ਹੋ ਸਕਦਾ, ਬਟ ਮੈਕਸਿਮਮਲੀ 10 ਈਅਰ ਦਾ ਵੀਜ਼ਾ ਦਿੰਦੇ। ਕੈਨੇਡਾ ਹਮੇਸ਼ਾ ਜਿੰਨੀ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੈ ਉਨਾ ਹੀ ਵੀਜ਼ਾ ਮਿਲਦਾ ਹੈ। ਬਾਕੀ ਜਿਹੜੀਆਂ ਕੰਟਰੀਆਂ ਅਗਰ ਤੁਸੀਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਛੋਟੀ ਕੰਟਰੀਆਂ ਦੀ ਜਾਂ ਸ਼ੈਨਗਨ ਕੰਟਰੀਜ਼ ਦੀ ਅਸੀਂ ਗੱਲ ਕਰੀਏ, ਉੱਥੇ ਤੁਹਾਨੂੰ 3 ਮਹੀਨੇ ਦਾ ਹਫ਼ਤੇ ਦਾ ਇਸ ਤਰ੍ਹਾਂ ਵੀਜ਼ਾ ਮਿਲਦਾ ਹੈ। ਜੀ ਤੇ ਇਹਦੇ ਵਿੱਚ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ? ਹਰ ਕੰਟਰੀ ਦੀ ਡਿਫਰੈਂਟ ਰਿਕੁਆਇਰਮੈਂਟ ਹੈ ਜੀ। ਅਗਰ ਅਸੀਂ ਗੱਲ ਕਰੀਏ ਕੈਨੇਡਾ ਦੀ, ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਇਮੀਗ੍ਰੇਸ਼ਨ ਦੇ ਲਾਅ ਦੇ ਅਕੋਰਡਿੰਗਲੀ, ਇਮੀਗ੍ਰੇਸ਼ਨ ਦਾ ਉਹਨਾਂ ਦਾ ਆਪਣਾ ਇੱਕ ਲਾਅ ਆ, ਉਹਨਾਂ ਦੀ ਇੱਕ ਰਿਕੁਆਇਰਮੈਂਟ ਆ। ਉਹਨਾਂ ਨੇ ਕਿਹਾ ਹੋਇਆ ਹੈ ਕਿ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਉੱਥੇ ਜਾਣ ਲਈ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ ਨੇ। ਫੋਰ ਐਗਜ਼ਾਮਪਲ ਅਗਰ ਤੁਸੀਂ ਕੈਨੇਡਾ ਦੇ ਲਈ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਸਿੰਗਲ ਇੱਕ ਬੰਦੇ ਦਾ, ਤੁਹਾਡੇ ਅਕਾਊਂਟ 'ਚ 3 ਤੋਂ 4 ਲੱਖ ਰੁਪਏ ਚਾਹੀਦਾ ਹੈ। ਬਿਕਾਜ਼ ਜੇ ਤੁਸੀਂ ਕੈਨੇਡਾ ਜਾਣਾ ਹੈ ਤੁਹਾਡੀ ਟਿਕਟ ਵੀ ਲੱਗਣੀ ਹੈ, ਤੁਸੀਂ ਉੱਥੇ ਆ ਕੇ ਸਟੇ ਵੀ ਕਰਨਾ ਹੈ, ਤੁਸੀਂ ਉੱਥੇ ਜਾ ਕੇ ਪੈਸਾ ਵੀ ਸਪੈਂਡ ਕਰਨਾ ਹੈ। ਟੂਰਿਸਟ ਵੀਜ਼ਾ ਦਾ ਮਤਲਬ ਹੈ ਉਸ ਕੰਟਰੀ ਨੂੰ ਦੇ ਟੂਰਿਜ਼ਮ ਨੂੰ ਉੱਥੇ ਥੋੜ੍ਹੀ ਵਧੋਤਰੀ ਮਿਲੇਗੀ। ਉਹ ਤਦ ਹੀ ਮਿਲੇਗੀ ਅਗਰ ਤੁਸੀਂ ਉੱਥੇ ਜਾ ਕੇ ਕੋਈ ਪੈਸਾ ਸਪੈਂਡ ਕਰੋਗੇ। ਅਗਰ ਤੁਹਾਡੇ ਕੋਲ ਕੋਈ ਪੇਮੈਂਟ ਬਹੁਤ ਘੱਟ ਹੈ ਤੁਹਾਡੇ ਅਕਾਊਂਟ ਦੇ ਵਿੱਚ, ਉਹ ਬਹੁਤ ਡਿਫੀਕਲਟ ਹੈ ਤੁਹਾਨੂੰ ਵੀਜ਼ਾ ਮਿਲੇ। ਇਸ ਤੋਂ ਇਲਾਵਾ ਹਰ ਜੈਨੂਅਨ ਜਿੰਨੇ ਗਵਰਨਮੈਂਟ ਦੇ ਅਪਰੂਵ ਨੇ ਉਹ ਦੇਖਣਾ ਪਸੰਦ ਕਰਦੇ ਨੇ। ਫੋਰ ਐਗਜ਼ਾਮਪਲ ਤੁਸੀਂ ਆਪਣਾ ਇਨਕਮ ਟੈਕਸ ਰਿਟਰਨ ਭਰਿਆ ਕਿ ਨਹੀਂ ਭਰਿਆ, ਅਗਰ ਤੁਹਾਡਾ ਬਿਜ਼ਨਸ ਹੈ ਉਹ ਰਜਿਸਟਰ ਹੈ ਕਿ ਨਹੀਂ ਹੈ, ਅਗਰ ਤੁਸੀਂ ਜੌਬ ਕਰਦੇ ਹੋ ਤਾਂ ਸੈਲਰੀ ਤੁਹਾਡੇ ਅਕਾਊਂਟ ਦੇ ਵਿੱਚ ਆ ਰਹੀ ਹੈ ਕਿ ਨਹੀਂ ਆ ਰਹੀ। ਸੋ ਇੱਦਾਂ ਦੇ ਕੁਝ ਡਾਕੂਮੈਂਟਸ ਹੁੰਦੇ ਨੇ ਜਿਹੜੇ ਕਿ ਸਾਰੇ ਤੁਹਾਡੇ ਫੁੱਲਫਿਲਡ ਹੋਣੇ ਚਾਹੀਦੇ। ਔਰ ਜੇ ਕੋਈ ਸਿੰਗਲ ਬੰਦਾ ਅਪਲਾਈ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੀ ਏਜ ਗਰੁੱਪ ਜੋ ਹੈ ਉਹ 24 ਤੋਂ 25 ਦੇ ਵਿੱਚ ਹੁੰਦੀ ਹੈ ਤਾਂ ਕਈ ਸਾਰੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਦੇਖੋ ਜਿਹੜਾ 24-25 ਈਅਰ ਦੀ ਏਜ ਵਾਲਾ ਬੰਦਾ ਹੈ ਉਹ ਗ੍ਰੈਜੂਏਸ਼ਨ ਕੀਤੀ ਹੋਏਗੀ ਜਾਂ ਉਹਨੇ 10+2 ਕੀਤੀ ਹੋਏਗੀ, ਉਸ ਤੋਂ ਬਾਅਦ ਉਹਦੀ ਜੌਬ ਸਟਾਰਟ ਹੋ ਗਈ। ਓਬਵੀਅਸਲੀ ਇੰਨੀ ਕੇਸ 'ਚ ਅੱਜ ਕੱਲ੍ਹ ਕੋਈ ਵਿਆਹ ਨਹੀਂ ਕਰਾਉਂਦਾ, ਸੋ ਉਹ ਸਿੰਗਲ ਹੀ ਰਹਿੰਦੇ ਨੇ, ਉਹ ਆਪਣੇ ਪੇਰੈਂਟਸ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ। ਜਿਹੜੇ ਜਦੋਂ ਐਮਬੈਸੀ ਵੀਜ਼ਾ ਦਿੰਦੀ ਹੈ ਉਹ ਇਸ ਬਿਹਾਫ 'ਤੇ ਦਿੰਦੀ ਹੈ ਕਿ ਇਹ ਬੰਦਾ ਜਿਹੜਾ ਟੂਰਿਸਟ ਵੀਜ਼ਾ ਹੈ ਟੂਰਿਸਟ ਲਈ ਉੱਥੇ ਜਾਏਗਾ, ਘੁੰਮੇਗਾ ਫਿਰੇਗਾ, ਆਪਣੇ ਮਨੀ ਸਪੈਂਡ ਕਰੇਗਾ ਤੇ ਉੱਥੋਂ ਵਾਪਸ ਆਏਗਾ। ਵਾਪਸ ਆਉਣ ਦੇ ਲਈ ਉਹਨਾਂ ਨੂੰ ਇੱਕ ਰੀਜ਼ਨ ਚਾਹੀਦਾ ਹੈ ਕਿ ਇਹਨਾਂ ਦੇ ਕੋਲ ਕੀ ਰੀਜ਼ਨ ਹੈ ਜਿਹਦੇ ਲਈ ਵਾਪਸ ਆਉਣਗੇ। 24-25 ਏਜ ਦੇ ਵਿੱਚ ਜਾਂ ਤਾਂ ਸਟੂਡੈਂਟ ਜਿਹੜਾ ਬੱਚਾ ਹੈ ਉਹ ਜਾਂ ਤਾਂ ਸਟੂਡੈਂਟ ਹੋਏਗਾ ਜਾਂ ਉਹ ਜੌਬ ਕਰ ਰਿਹਾ ਹੋਏਗਾ। ਅਗਰ ਉਹ ਜੌਬ ਕਰ ਰਿਹਾ ਤਾਂ ਉਹਨੂੰ ਆਪਣੇ ਸਾਰੇ ਉਹ ਡਾਕੂਮੈਂਟਸ ਲਗਾਉਣੇ ਪੈਣਗੇ ਕਿ ਮੇਰੇ ਕੋਲ ਵਾਪਸ ਆਉਣ ਦਾ ਰੀਜ਼ਨ ਹੈ, ਮੇਰੇ ਕੋਲ ਜੌਬ ਹੈ ਇੱਥੇ, ਮੈਂ ਵਾਪਸ ਆਊਂਗਾ, ਜਾਂ ਮੈਂ ਸਟੂਡੈਂਟ ਹਾਂ, ਮੇਰੀ ਸਟੱਡੀ ਚੱਲ ਰਹੀ ਕੰਟੀਨਿਊ, ਮੈਂ ਵਾਪਸ ਆਊਂਗਾ। ਐਂਡ ਅਗਰ ਉਹ ਜ਼ਿਆਦਾ ਬੈਨੀਫਿਟ ਲੈਣਾ ਚਾਹੁੰਦਾ ਇਸ ਚੀਜ਼ ਦਾ ਤਾਂ ਉਹ ਆਪਣੇ ਪੇਰੈਂਟਸ ਦੇ ਨਾਲ ਅਪਲਾਈ ਕਰ ਸਕਦਾ ਹੈ, ਮਦਰ ਦੇ ਨਾਲ ਜਾਂ ਫਾਦਰ ਦੇ ਨਾਲ, ਕਿਸੇ ਇੱਕ ਜਾਣੇ ਦੇ ਨਾਲ, ਤਾਂ ਕਿ ਵੀਜ਼ਾ ਜਿਹੜਾ ਹੈ ਆਸਾਨੀ ਨਾਲ ਮਿਲ ਜਾਏ। ਠੀਕ ਹੈ, ਕਿਉਂਕਿ ਉਹ ਨਾਲ ਡਿਪੈਂਡੈਂਟ ਹੋ ਜਾਏਗਾ, ਪੇਰੈਂਟਸ ਦੀ ਸਪੋਰਟ ਮਿਲ ਜਾਏਗੀ। ਜਿਹੜਾ ਜਾਣਾ ਹੈ ਉਹ ਜ਼ਰੂਰੀ ਨਹੀਂ ਕਿ ਆਪਣੇ ਜਿਨ੍ਹਾਂ ਨਾਲ ਵੀਜ਼ਾ ਲੱਗਾ ਮਦਰ ਜਾਂ ਫਾਦਰ ਦਾ ਨਾ ਉਹਨਾਂ ਦੇ ਨਾਲ ਹੀ ਜਾਵੇ, ਇਕੱਲੇ ਵੀ ਟਰੈਵਲ ਕਰ ਸਕਦੇ ਹੋ, ਇਕੱਲੇ ਵੀ ਉਹਦੇ ਵਿੱਚ ਟਰੈਵਲ ਕੀਤਾ ਜਾ ਸਕਦਾ ਹੈ। ਤੇ ਇੱਕ ਮੈਂ ਹੋਰ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਕੋਵਿਡ ਤੋਂ ਪਹਿਲਾਂ ਜਿਨ੍ਹਾਂ ਦਾ ਵੀਜ਼ਾ ਲੱਗਾ ਸੀਗਾ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਜਿਸ ਤੋਂ ਬਾਅਦ ਲੋਕ ਨਹੀਂ ਜਾ ਸਕੇ, ਸੋ ਉਹਨਾਂ ਦਾ ਜੋ ਵੀਜ਼ਾ ਹੁਣ ਵੀ ਵੈਲਿਡ ਮੰਨਿਆ ਜਾਵੇਗਾ ਜਾਂ ਨਹੀਂ? ਦੇਖੋ ਜਿਹਨਾਂ ਦਾ ਕੋਵਿਡ ਤੋਂ ਪਹਿਲਾਂ ਟੂਰਿਸਟ ਵੀਜ਼ਾ ਸੀਗਾ, ਸਾਰੀ ਕੰਟਰੀਆਂ ਨੇ ਉਹ ਜਿਹੜਾ ਵੀਜ਼ਾ ਸੀ ਉਹ ਕੈਂਸਲ ਕਰ ਦਿੱਤਾ ਸੀ। ਕੈਂਸਲ ਨਹੀਂ ਕਹਿ ਸਕਦੇ, ਸਸਪੈਂਡਡ ਕਰ ਦਿੱਤਾ ਸੀ। ਸਸਪੈਂਡ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਇਹਦੀ ਵੈਕਸੀਨ ਬਣ ਜਾਏਗੀ ਜਾਂ ਜਦੋਂ ਹਾਲਾਤ ਥੋੜ੍ਹੇ ਠੀਕ ਹੋ ਜਾਣਗੇ ਅਸੀਂ ਉਸ ਵੇਲੇ ਓਪਨ ਕਰ ਦਾਂਗੇ, ਬਟ ਵੈਕਸੀਨ ਹਜੇ ਬਣੀ ਨਹੀਂ ਹੈ। ਹੁਣ ਕੁਝ ਕੰਟਰੀਜ਼ ਨੇ ਜਿੱਦਾਂ USA, ਕੈਨੇਡਾ, ਜਿਨ੍ਹਾਂ ਦੇ ਕੋਲ ਟੂਰਿਸਟ ਵੀਜ਼ਾ ਹੈਗਾ, ਤੁਸੀਂ ਟਰੈਵਲ ਕਰ ਸਕਦੇ ਹੋ, ਉਹਨਾਂ ਨੇ ਅਲਾਓ ਕਰ ਦਿੱਤਾ ਹੈ। ਬਟ ਉਹਨਾਂ ਨੇ ਕੰਡੀਸ਼ਨ ਲਗਾ ਦਿੱਤੀ ਹੈ ਕਿ ਜਦੋਂ ਤੁਸੀਂ ਕੈਨੇਡਾ ਜਾਂ USA ਪਹੁੰਚੋਗੇ ਉੱਥੇ ਬਾਰਡਰ ਵਾਲੇ ਸਿਕਿਉਰਿਟੀ ਬਾਰਡਰ ਜਿਹੜੀ ਫੋਰਸ ਹੈ ਉਹ ਡਿਸਾਈਡ ਕਰੇਗੀ ਕਿ ਤੁਹਾਨੂੰ ਐਂਟਰੀ ਦੇਣੀ ਹੈ ਕਿ ਨਹੀਂ ਦੇਣੀ। ਕੋਵਿਡ ਦੇ ਚਲਦੇ ਅਗਰ ਸਾਡੇ ਕੋਲ ਟੂਰਿਸਟ ਵੀਜ਼ਾ, ਅਸੀਂ ਟੂਰਿਜ਼ਮ ਲਈ ਜਾ ਰਹੇ ਹਾਂ, ਜਾਂ ਟੂਰਿਸਟ ਵੀਜ਼ਾ ਇਸ ਕਰਕੇ ਵੀ ਹੁੰਦਾ ਹੈ ਕਿ ਅਸੀਂ ਆਪਣੇ ਉੱਥੇ ਸਾਡੇ ਫੈਮਿਲੀ ਮੈਂਬਰ ਆ, ਸਾਡੇ ਰਿਲੇਟਿਵ ਆ, ਉਹਨਾਂ ਨੂੰ ਮਿਲਣ ਜਾ ਰਹੇ ਹਾਂ।
ਅਗਰ ਤਾਂ ਤੁਸੀਂ ਉਹਨਾਂ ਨੂੰ ਵੈਲਿਡ ਰੀਜ਼ਨ ਦੇ ਦਿੰਦੇ ਹੋ ਤਾਂ ਤੁਹਾਨੂੰ ਐਂਟਰੀ ਮਿਲ ਜਾਏਗੀ, ਅਦਰਵਾਈਜ਼ ਉਹਨਾਂ ਕੋਲ ਪੂਰੀ ਅਥਾਰਟੀ ਹੈ ਤੁਹਾਨੂੰ ਵਾਪਸ ਵੀ ਭੇਜ ਸਕਦੇ ਆ। ਔਰ ਇਸ ਤੋਂ ਇਲਾਵਾ ਹੋਰ ਕੀ ਕੰਡੀਸ਼ਨਸ ਹੋ ਸਕਦੀਆਂ ਨੇ, ਕਿਉਂਕਿ ਕੋਵਿਡ ਦੇ ਚੱਲਦਿਆਂ ਬਹੁਤ ਸਾਰੇ ਕੁਆਰੰਟਾਈਨ ਵੀ ਕੀਤਾ ਜਾਂਦਾ ਹੈ, ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਕੰਡੀਸ਼ਨਸ ਹਰ ਇੱਕ ਕੰਟਰੀ ਦੇ ਵੱਲੋਂ ਰੱਖੀਆਂ ਗਈਆਂ ਨੇ, ਸੋ ਹੋਰ ਕੀ ਕੰਡੀਸ਼ਨਸ ਨੇ? ਦੇਖੋ ਇੱਕ ਤਾਂ ਕਰੋਨਾ ਦਾ ਟੈਸਟ ਕਰਾਉਣਾ ਜ਼ਰੂਰੀ ਹੈ ਜੀ। ਹਰ ਕੰਟਰੀ ਦੇ ਡਿਫਰੈਂਟ ਡਿਊਰੇਸ਼ਨ ਦਿੱਤੀ ਹੋਈ ਹੈ। ਅਗਰ ਆਪਾਂ ਕੈਨੇਡਾ ਜਾਂ US 'ਚ ਹੀ ਜ਼ਿਆਦਾ ਲੋਕੀ ਜਾਂਦੇ ਨੇ, ਟਰੈਵਲ ਕਰਦੇ ਨੇ, ਉਹਨਾਂ ਨੇ ਕਿਹਾ ਹੈ ਕਿ ਤੁਹਾਡਾ 96 ਡੇਜ਼ 올ਡ ਕਰੋਨਾ ਦਾ ਟੈਸਟ ਹੋਣਾ ਚਾਹੀਦਾ ਹੈ, ਇਸ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਉਹ ਟਰੈਵਲ ਡਾਕੂਮੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਤਦ ਹੀ ਤੁਸੀਂ ਟਰੈਵਲ ਕਰ ਸਕਦੇ ਹੋ ਨਾਲ। ਇਸ ਤੋਂ ਇਲਾਵਾ ਤੁਸੀਂ ਮਾਸਕ, ਪੂਰੀ ਸ਼ੀਲਡ ਜਿਹੜੀ ਹੈ ਫੇਸ ਅੱਗੇ, ਉਹ ਤੁਹਾਨੂੰ 에ਅਰਲਾਈਨ ਹੀ ਪ੍ਰੋਵਾਈਡ ਕਰ ਦਿੰਦੀ ਹੈ, ਉਹ ਲੈ ਕੇ ਜਾਣੀ ਪਏਗੀ। ਇੱਕ ਤੁਹਾਨੂੰ ਸੈਲਫ ਡਿਕਲੇਰੇਸ਼ਨ ਫਾਰਮ ਫਿਲ ਕਰਨਾ ਪਏਗਾ ਜਿਹਦੇ 'ਚ ਲਿਖਿਆ ਹੋਏਗਾ ਕਿ ਤੁਹਾਨੂੰ ਬੁਖਾਰ ਨਹੀਂ ਹੈ, ਖਾਂਸੀ ਸਾਹ ਦੀ ਕੋਈ ਪ੍ਰੋਬਲਮ ਨਹੀਂ ਹੈ, ਮੈਂ ਕਰੋਨਾ ਦਾ ਟੈਸਟ ਕਰਾਇਆ ਹੈ, ਮੈਂ ਆਪਣੀ ਜ਼ਿੰਮੇਵਾਰੀ ਤੇ ਜਾ ਰਿਹਾ ਹਾਂ ਤੇ ਮੇਰੇ ਨਾਲ ਕਿਸੇ ਹੋਰ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਸੋ ਉਹ ਹਰ 에ਅਰਲਾਈਨ ਦੇ ਆਪਣੇ ਫਾਰਮਸ ਨੇ, ਉਹ ਤੁਹਾਨੂੰ ਨਾਲ ਫਿਲ ਕਰਨੇ ਪੈਣਗੇ ਐਂਡ ਦੈਨ ਯੂ ਕੈਨ ਟਰੈਵਲ। ਤੇ ਹੁਣ ਇਸ ਵਕਤ ਕਿਹੜੀ ਜੋ ਕੰਟਰੀ ਹੈ ਉਹ ਟੂਰਿਸਟ ਵੀਜ਼ਾ ਦੇ ਰਹੀ ਹੈ? ਦੇਖੋ ਟੂਰਿਸਟ ਵੀਜ਼ਾ ਸਾਰੀ ਕੰਟਰੀਆਂ ਨੇ ਓਪਨ ਕਰ ਦਿੱਤਾ ਹੋਇਆ ਹੈ, ਬਟ ਕੰਡੀਸ਼ਨ ਕੀ ਹੈ ਕਿ ਤੁਹਾਡਾ ਰੀਜ਼ਨ ਕੀ ਹੈ। ਤੁਸੀਂ ਟੂਰਿਸਟ ਵੀਜ਼ਾ, ਦੇਖੋ ਇਹਨੂੰ ਵਿਜ਼ਿਟਰ ਵੀਜ਼ਾ ਵੀ ਕਿਹਾ ਜਾਂਦਾ, ਟੂਰਿਸਟ ਵੀਜ਼ਾ ਵੀ ਕਿਹਾ ਜਾਂਦਾ ਹੈ। ਤੁਸੀਂ ਟਰੈਵਲ ਕਰ ਰਹੇ ਹੋ, ਟਰੈਵਲ ਕਰਨ ਦਾ ਤੁਹਾਡਾ ਮੇਨ ਮੋਟਿਵ ਕੀ ਹੈ। ਇਸ ਟਾਈਮ ਤੇ ਅਗਰ ਅਸੀਂ ਕਿਸੇ ਵੀ ਐਮਬੈਸੀ ਨੂੰ ਇਹ ਕਹੀਏ ਕਿ ਅਸੀਂ ਆਪਣੀ ਵੈਕੇਸ਼ਨਸ ਮਨਾਉਣ ਜਾ ਰਹੇ, ਘੁੰਮਣ ਜਾ ਰਹੇ ਹਾਂ, ਤਾਂ ਉਹ ਇੱਕ ਵੈਲਿਡ ਰੀਜ਼ਨ ਨਹੀਂ ਹੈ। ਸੋ ਅਗਰ ਤੁਸੀਂ ਉਹਨਾਂ ਨੂੰ ਇੱਕ ਵੈਲਿਡ ਰੀਜ਼ਨ ਦਿੰਦੇ ਹੋ ਕਿ ਮੇਰਾ ਬੇਟਾ ਉੱਥੇ ਪੜ੍ਹ ਰਿਹਾ, ਮੈਂ ਬਹੁਤ ਦੇਰ ਤੋਂ ਉਹਨਾਂ ਨੂੰ ਮਿਲੇ ਨੇ, ਉਹਨਾਂ ਨੂੰ ਮਿਲਣ ਜਾਣਾ, ਜਾਂ ਕੋਈ ਪੇਰੈਂਟਸ ਕਿਸੇ ਦੇ ਉੱਥੇ ਹੈ ਉਹਨਾਂ ਨੂੰ ਮਿਲਣ ਜਾਣਾ, ਜਾਂ ਕਿਸੇ ਦੇ ਰਿਲੇਟਿਵ ਉੱਥੇ ਹੈ ਉਹਨਾਂ ਨੂੰ ਮਿਲਣ ਜਾਣਾ, ਅਗਰ ਇਹ ਚੀਜ਼ਾਂ ਤੁਸੀਂ ਵੈਲਿਡ ਰੀਜ਼ਨ ਦੇ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ ਟੂਰਿਸਟ ਵੀਜ਼ਾ ਮਿਲ ਜਾਏਗਾ। ਬਟ ਫਿਲਹਾਲ ਰਾਈਟ ਨਾਓ ਇਟ ਇਜ਼ ਨਾਟ ਦਾ ਗੁੱਡ ਡਿਸੀਜਨ ਕਿ ਤੁਸੀਂ ਆਪਣਾ ਟੂਰਿਸਟ ਵੀਜ਼ਾ ਇਸ ਟਾਈਮ ਤੇ ਅਪਲਾਈ ਕਰੋ ਅੰਟਿਲ ਅਨਲੈਸ ਤੁਹਾਡੇ ਕੋਲ ਵੈਲਿਡ ਰੀਜ਼ਨ ਨਹੀਂ ਹੈ। ਤੇ ਇੱਕ ਹੋਰ ਲੋਕਾਂ ਦੇ ਦਿਲ ਵਿੱਚ ਸਵਾਲ ਹੁੰਦਾ ਕਿ ਆਪਾਂ ਟੂਰਿਸਟ ਵੀਜ਼ਾ ਉੱਧਰ ਜਾ ਕੇ ਐਕਸਟੈਂਡ ਕਰਵਾ ਸਕਦੇ ਹਾਂ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ USA ਕੈਨੇਡਾ ਦਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਕਾਫੀ ਲੰਬਾ ਵੀਜ਼ਾ ਦੇ ਦਿੰਦੇ ਆ, 10 ਸਾਲ ਦਾ ਵੀਜ਼ਾ ਦੇ ਦਿੰਦੇ ਆ, ਬਟ ਤੁਹਾਡੀ ਜਿਹੜੀ ਉੱਥੇ ਸਟੇ ਹੈ ਉਹ 6 ਮੰਥ ਤੋਂ ਜ਼ਿਆਦਾ ਨਹੀਂ ਹੈ। ਠੀਕ ਹੈ, ਉੱਥੇ ਜਾ ਕੇ ਐਕਸਟੈਂਸ਼ਨ ਤਾਂ ਪਏਗੀ ਅਗਰ ਤੁਸੀਂ ਆਪਣਾ ਵੀਜ਼ਾ ਦੀ ਕੈਟਾਗਰੀ ਚੇਂਜ ਕਰਾਓਗੇ। ਤੁਹਾਡੇ ਕੋਲ ਤਾਂ 10 ਸਾਲ ਦਾ ਵੀਜ਼ਾ ਹੈ, ਲਿਮਿਟ 6 ਮਹੀਨੇ ਰਹਿਣਾ, ਤੁਸੀਂ 6 ਮਹੀਨੇ ਰਹਿ ਕੇ ਤੁਹਾਨੂੰ ਵਾਪਸ ਆਉਣਾ ਪਏਗਾ। ਅਗਰ ਤੁਸੀਂ ਕਿਹਾ ਸੀ ਫਾਰਮ ਦੇ ਵਿੱਚ ਵੀ ਮੈਂ 10 ਦਿਨ ਦੇ ਲਈ ਜਾ ਰਿਹਾ ਹਾਂ ਤੇ ਤੁਸੀਂ ਉੱਥੇ ਜਾ ਕੇ 2 ਮਹੀਨੇ ਰਹਿ ਗਏ, ਨੈਕਸਟ ਟਾਈਮ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਉੱਥੇ ਪੁੱਛਿਆ ਜਾ ਸਕਦਾ ਹੈ ਪਹਿਲਾਂ ਤੁਹਾਡਾ ਸਟੇ ਇੰਨਾ ਲੌਂਗ ਕਿਉਂ ਹੋਇਆ। ਜਿਹੜੀ ਐਕਸਟੈਂਸ਼ਨ ਦੀ ਗੱਲ ਆ, ਐਕਸਟੈਂਸ਼ਨ ਉਸ ਕੰਟਰੀ ਦੇ ਵਿੱਚ ਹੋ ਸਕਦਾ ਹੈ ਜਿੱਥੇ ਤੁਹਾਨੂੰ ਵੀਜ਼ਾ ਹੀ ਹਫਤੇ ਦਾ ਮਿਲਿਆ ਐਂਡ ਤੁਸੀਂ ਦੁਬਾਰਾ, ਫੋਰ ਐਗਜ਼ਾਮਪਲ ਤੁਸੀਂ ਸਿੰਗਾਪੁਰ ਜਾ ਰਹੇ ਹੋ, ਤੁਹਾਡੇ ਕੋਲ 15 ਦਿਨ ਦਾ ਵੀਜ਼ਾ ਮਿਲਿਆ ਤੇ ਤੁਸੀਂ ਜਾ ਕੇ ਉੱਥੇ 10 ਦਿਨ 15 ਦਿਨ ਰਹਿ ਲਿਆ, ਹੁਣ ਤੁਸੀਂ ਕਹਿੰਦੇ ਹੋ ਕਿ ਮੇਰਾ ਵੀਜ਼ਾ ਐਕਸਟੈਂਡ ਹੋਵੇ, ਬਟ ਉਹਦੇ ਲਈ ਤੁਹਾਨੂੰ ਉਹਨਾਂ ਨੂੰ ਵੈਲਿਡ ਰੀਜ਼ਨ ਦੇਣਾ ਪਏਗਾ। ਤੁਸੀਂ ਤਾਂ ਘੁੰਮਣ ਆਏ ਹੋ, ਤੁਹਾਡਾ ਹੋਰ ਕੀ ਰੀਜ਼ਨ ਆ, ਜਾਂ ਤਾਂ ਮੈਡੀਕਲ ਰੀਜ਼ਨ ਹੋ ਸਕਦਾ ਹੈ ਉਹ ਦੇ ਸਕਦੇ ਹੋ, ਜਾਂ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਉੱਥੇ ਆਪਣਾ ਕਿਤੇ ਜੌਬ ਅਪਲਾਈ ਕੀਤਾ ਸੀ, ਮੈਨੂੰ ਜੌਬ ਮਿਲ ਗਈ, ਫਿਰ ਉਸ ਚੱਕਰ ਦੇ ਵਿੱਚ ਕੈਟਾਗਰੀ ਚੇਂਜ ਹੋ ਜਾਏਗੀ, ਤੁਹਾਡੀ ਐਕਸਟੈਂਸ਼ਨ ਨਹੀਂ ਹੋਏਗੀ, ਕੈਟਾਗਰੀ ਹੀ ਚੇਂਜ ਹੋ ਜਾਏਗੀ, ਕੈਟਾਗਰੀ ਉਸ ਦੇ ਵਿੱਚ ਚੇਂਜ ਹੋ ਜਾਂਦੀ ਹੈ। ਤੇ ਇਸੇ ਦੇ ਨਾਲ ਜੇ ਮੈਂ ਹੁਣ ਗੱਲ ਕਰਾਂ ਕੈਨੇਡਾ ਦੀ, ਤਾਂ ਕਈ ਲੋਕਾਂ ਦੇ ਕੋਲ USA ਦਾ ਟੂਰਿਸਟ ਵੀਜ਼ਾ ਤਾਂ ਹੁੰਦਾ ਹੈ, ਪਰ ਉੱਥੋਂ ਕੈਨੇਡਾ ਦਾ ਜੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਜੋ ਦਿਲ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਨੇ, ਬਹੁਤ ਸਾਰਾ ਡਰ ਹੁੰਦਾ ਕਿ ਕਿਤੇ ਰਿਜੈਕਟ ਨਾ ਹੋ ਜਾਵੇ ਉਹਨਾਂ ਦਾ ਵੀਜ਼ਾ। ਸੋ ਇਸ ਦੇ ਚੱਲਦਿਆਂ ਥੋੜਾ ਵਿਸਥਾਰ ਨਾਲ ਦੱਸੋ। ਦੇਖੋ ਜਿਨ੍ਹਾਂ ਦੇ ਕੋਲ USA ਦਾ ਵੀਜ਼ਾ ਹੈ ਉਹ ਕਾਫੀ ਸਟਰੋਂਗ ਵੀਜ਼ਾ ਮੰਨਿਆ ਜਾਂਦਾ ਹੈ। USA ਦੇ ਵੀਜ਼ਾ ਵਾਲੇ ਲੋਕ ਕੈਨੇਡਾ ਜਦੋਂ ਅਪਲਾਈ ਕਰਦੇ ਆ ਤਾਂ ਉਹਦੇ ਲਈ ਇੱਕ ਸਪੈਸ਼ਲ ਕੈਟਾਗਰੀ ਆਉਂਦੀ ਹੈ ਜਿਹਨੂੰ ਅਸੀਂ CAN+ ਕੈਟਾਗਰੀ ਕਹਿ ਦਿੰਦੇ ਹਾਂ। ਠੀਕ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਜਦੋਂ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰੋਗੇ ਐਂਡ ਯੂ ਵਿਲ ਸ਼ੋ ਕਿ ਮੇਰੇ ਕੋਲ USA ਦਾ ਵੀਜ਼ਾ ਹੈਗਾ ਹੈ ਔਰ ਮੈਂ ਟਰੈਵਲ ਵੀ ਕੀਤਾ ਹੈ, ਜਦੋਂ ਤੁਸੀਂ ਇਹ ਚੀਜ਼ਾਂ ਉਹਦੇ 'ਚ ਫਿਲ ਕਰ ਦਿੰਦੇ ਹੋ ਤੁਹਾਡੀ ਕੈਟਾਗਰੀ ਆਟੋਮੈਟਿਕ ਚੇਂਜ ਹੋ ਜਾਂਦੀ ਹੈ। ਉਹ CAN+ ਕੈਟਾਗਰੀ ਜਿਹੜੀ ਮੈਂ ਤੁਹਾਨੂੰ ਦੱਸਿਆ ਉਹ ਚਲੇ ਜਾਂਦੀ ਹੈ। ਉਹਦੇ ਵਿੱਚ ਮੈਕਸਿਮਮ ਚਾਂਸ ਹੈ, ਮੈਂ ਕਹਿ ਰਿਹਾ ਕਿ 99.9% ਚਾਂਸ ਹੈ ਕਿ ਤੁਹਾਡਾ ਵੀਜ਼ਾ ਲੱਗ ਹੀ ਜਾਏਗਾ। ਉਹ ਤੁਹਾਡੇ ਕੋਲ ਕੋਈ ਪੇਮੈਂਟ ਨਹੀਂ ਪੁੱਛਣਗੇ, ਉਹ ਤੁਹਾਡੇ ਕੋਲ ਸ਼ੋ ਮਨੀ ਜਿਹੜੀ ਹੈ ਉਹ ਨਹੀਂ ਪੁੱਛਣਗੇ, ਉਹ ਤੁਹਾਡੇ ਕੋਲ ਤੁਹਾਡੀ ਐਜੂਕੇਸ਼ਨ ਜਾਂ ਹੋਰ ਐਕਸਟਰਾ ਡਾਕੂਮੈਂਟਸ ਜਿਹੜੇ ਉਹ ਨਹੀਂ ਪੁੱਛਣਗੇ। ਅਗਰ ਤੁਸੀਂ ਆਪਣੀ ਟਰੈਵਲ ਹਿਸਟਰੀ, ਤੁਸੀਂ USA ਟਰੈਵਲ ਕੀਤਾ ਉਹਨੂੰ ਅਪਲੋਡ ਕਰ ਦਿੰਦੇ ਹੋ ਆਨਲਾਈਨ, ਜਾਂ ਤੁਸੀਂ ਕਹਿ ਦਿੰਦੇ ਹੋ ਜਾਂ ਉਹਦੇ ਵਿੱਚ ਫਿਲ ਕਰ ਦਿੰਦੇ ਹੋ ਕਿ ਮੇਰੇ ਕੋਲ USA ਦਾ ਵੀਜ਼ਾ ਆਲਰੇਡੀ ਵੈਲਿਡ ਜਿਹੜਾ ਉਹ ਹੈਗਾ ਹੈ। ਜੀ, ਜੇ ਅਸੀਂ USA ਦਾ ਵੀਜ਼ਾ ਸਾਡੇ ਕੋਲ ਹੈ, ਉੱਥੇ ਅਸੀਂ ਟਰੈਵਲ ਕੀਤਾ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ? ਕੋਈ ਪ੍ਰੋਬਲਮ ਨਹੀਂ ਹੈ, ਬਹੁਤ ਈਜ਼ੀ ਹੈ, ਉਹਨਾਂ ਨੂੰ ਤਾਂ ਕਰ ਹੀ ਦੇਣਾ ਚਾਹੀਦਾ ਹੈ ਕੈਨੇਡਾ ਦੇ ਲਈ ਵੀਜ਼ਾ ਦੇ ਲਈ ਅਪਲਾਈ। ਜੀ, ਤੇ ਇੱਕ ਮੈਂ ਹੋਰ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਜੇ ਬਹੁਤ ਸਾਰੇ ਲੋਕ ਨੇ ਜੋ ਟੂਰਿਸਟ ਵੀਜ਼ੇ ਤੇ UK ਜਾਣਾ ਚਾਹੁੰਦੇ ਨੇ, ਤੇ ਉਹਨਾਂ ਦੇ ਲਈ ਕੀ ਡਾਕੂਮੈਂਟਸ ਹੁੰਦੇ ਨੇ, ਕੀ ਰਿਕੁਆਇਰਮੈਂਟਸ ਹੁੰਦੀਆਂ ਨੇ, ਤੇ ਕਿਵੇਂ ਸਾਰਾ ਪ੍ਰੋਸੀਜਰ ਹੁੰਦਾ ਹੈ? ਦੇਖੋ ਜਿਸ ਤਰ੍ਹਾਂ USA ਕੈਨੇਡਾ ਹੈ ਉਸੇ ਤਰੀਕੇ UK ਵੀ ਹੈ, ਕੋਈ ਹੋਰ ਛੋਟੀ ਕੰਟਰੀ ਹੋਵੇ ਇਸੇ ਤਰੀਕੇ ਹੈ, ਹਰ ਕੰਟਰੀ ਦੇ ਆਪਣੇ ਲਾਜ਼ ਨੇ। ਮੈਨੂੰ ਲੱਗਦਾ ਸਾਨੂੰ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣੀ ਚਾਹੀਦੀ ਹੈ, ਸੋ ਆਪਾਂ ਆਪਣੇ ਦਰਸ਼ਕਾਂ ਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਇਸ ਸ਼ੋਅ ਦੇ ਵਿੱਚ। ਤੇ ਸਰ ਆਪਾਂ ਗੱਲ ਕਰਦੇ ਪਏ ਸੀ ਯੂਕੇ ਦੇ ਟੂਰਿਸਟ ਵੀਜ਼ੇ ਦੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਤੇ ਹੋਰ ਕੀ ਡਾਕੂਮੈਂਟਸ ਚਾਹੀਦੇ ਨੇ, ਉਸ ਦੇ ਬਾਰੇ ਥੋੜਾ ਦੱਸੋ। ਦੇਖੋ ਯੂਕੇ ਥੋੜ੍ਹਾ ਜਿਹਾ ਬਾਕੀ ਕੰਟਰੀਜ਼ ਨਾਲੋਂ ਥੋੜ੍ਹਾ ਰਿਜਿਡ ਹੈ, ਥੋੜ੍ਹਾ ਹਾਰਡ ਹੈ ਐਕਚੁਅਲੀ। ਉਹਨਾਂ ਦੀ ਆਦਤ ਹੈ ਕਿ ਉਹ ਇੱਕ ਡਾਕੂਮੈਂਟ ਨੂੰ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਫਾਰਮ ਹੈ, ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨ ਲਈ ਫਾਰਮ ਫਿਲ ਕਰਦੇ ਹੋ, ਉਹਦੇ ਵਿੱਚ ਉਹ ਬਹੁਤ ਸਾਰੀ ਡਿਟੇਲ ਪਹਿਲਾਂ ਹੀ ਲੈ ਲੈਂਦੇ ਨੇ ਜੀ, ਠੀਕ ਹੈ। ਜਿਹਦੇ ਵਿੱਚ ਜਿਸ ਡਿਟੇਲ ਦੇ ਵਿੱਚ ਤੁਹਾਨੂੰ ਇੱਕ ਚੀਜ਼ ਮੈਂਸ਼ਨ ਕਰਨੀ ਪੈਂਦੀ ਹੈ ਕਿ ਤਾਂ ਤੁਸੀਂ ਕਿਸ ਪਰਪਸ ਲਈ ਜਾ ਰਹੇ ਹੋ, ਉੱਥੇ ਤੁਹਾਡਾ ਕੋਈ ਰਿਲੇਟਿਵ ਹੈ ਕਿ ਨਹੀਂ ਹੈ, ਤੁਹਾਡੇ ਕੋਲ ਕਿੰਨੇ ਫਾਈਨੈਂਸਿਸ ਨੇ, ਤੁਸੀਂ ਮੰਥਲੀ ਕਿੰਨਾ ਅਰਨ ਕਰ ਰਹੇ ਹੋ, ਈਅਰਲੀ ਕਿੰਨਾ ਅਰਨ ਕਰ ਰਹੇ ਹੋ, ਤੁਹਾਡੇ ਤੇ ਕੋਈ ਡਿਪੈਂਡੈਂਟ ਤਾਂ ਨਹੀਂ ਹੈ, ਉਹਦਾ ਕਿੰਨਾ ਖਰਚਾ ਹੁੰਦਾ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਫਾਰਮ ਦੇ ਵਿੱਚ ਫਿਲ ਕਰਾ ਦਿੰਦੇ ਨੇ। ਇਸ ਤੋਂ ਇਲਾਵਾ ਜਿੱਦਾਂ ਅਸੀਂ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦਾ ਅਪਲਾਈ ਕਰੀਦਾ, ਸੇਮ ਵੇ ਇੱਥੇ ਵੀ ਸਾਰੇ ਡਾਕੂਮੈਂਟ ਉਹ ਚਾਹੀਦੇ ਨੇ, ਜਿੱਦਾਂ ਕਿ ਤੁਸੀਂ ਕੀ ਕੰਮ ਕਰ ਰਹੇ ਹੋ, ਤੁਸੀਂ ਇਨਕਮ ਟੈਕਸ ਤੁਹਾਡੇ ਕੋਲ ਜਿੰਨੇ ਗਵਰਨਮੈਂਟਲ ਪ੍ਰੂਫ ਹੁੰਦੇ ਆ ਉਹ ਲਗਾਓਗੇ ਤਾਂ ਬੈਟਰ ਹੈ। ਜਿੱਦਾਂ ਕਿ ਇਨਕਮ ਟੈਕਸ ਰਿਟਰਨ ਹੋਗੀ ਤੁਹਾਡੇ ਅਕਾਊਂਟ ਦੇ ਵਿੱਚ ਸੈਲਰੀ ਆ ਰਹੀ ਹੈ, ਬੈਂਕ ਦੇ ਵਿੱਚ ਆ ਰਹੀ ਹੈ, ਬੈਂਕ ਦੀ ਸਟੇਟਮੈਂਟ ਲਗਾ ਰਹੇ ਹੋ, ਆਪਣੀ ਸੈਲਰੀ ਸਲਿਪਸ ਪੇ ਕਰ ਰਹੇ ਹੋ, ਉਹ ਜਿੰਨੇ ਡਾਕੂਮੈਂਟ ਤੁਸੀਂ ਗਵਰਨਮੈਂਟ ਦੇ ਲਗਾ ਦੋਗੇ ਉਨਾ ਬੈਟਰ ਹੈ। ਜਿਨ੍ਹਾਂ ਦਾ ਬਿਜ਼ਨਸ ਹੈ, ਅਗਰ ਉਹ ਆਪਣੇ ਬਿਜ਼ਨਸ ਤੇ ਰਜਿਸਟ੍ਰੇਸ਼ਨ ਦੇ ਡਾਕੂਮੈਂਟ ਹੈ ਵੀ ਗਵਰਨਮੈਂਟ ਕੋਲ ਮੇਰਾ ਜਿਹੜਾ ਕੰਮ ਹੈ ਉਹ ਰਜਿਸਟਰਡ ਹੈ, ਅਗਰ ਉਹਨਾਂ ਨੂੰ ਇੱਦਾਂ ਦਾ ਕੰਮ ਆ ਕਿ ਜਿਹਦੇ ਵਿੱਚ ਲਾਇਸੈਂਸ ਦੀ ਲੋੜ ਪੈਂਦੀ ਹੈ, ਉਹ ਲਾਇਸੈਂਸ ਵੀ ਗਵਰਨਮੈਂਟ ਕੋਲੋਂ ਲਿਆ ਹੋਇਆ ਉਹ ਵੀ ਨਾਲ ਲਗਾ ਦੋਗੇ, ਹੋਰ ਬੈਟਰ ਹੈ। ਫਿਰ ਬਿਜ਼ਨਸ ਦੀ ਰਿਟਰਨ, ਉਹਨਾਂ ਦਾ ਕਰੰਟ ਅਕਾਊਂਟ ਬਿਜ਼ਨਸ ਦਾ, ਇਹ ਸਾਰੇ ਡਾਕੂਮੈਂਟ ਜਿੰਨੇ ਗਵਰਨਮੈਂਟਲ ਪ੍ਰੂਫ ਤੁਸੀਂ ਲਗਾਓਗੇ ਉਨਾ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਜ਼ਿਆਦਾ ਹੈ। ਕਿਉਂਕਿ ਜਿਹੜੇ ਪ੍ਰਾਈਵੇਟ ਪ੍ਰੂਫ ਹੁੰਦੇ ਆ, ਫੋਰ ਐਗਜ਼ਾਮਪਲ ਅਗਰ ਅਸੀਂ ਕਹਿ ਦਿੰਦੇ ਜੀ ਮੇਰਾ ਖੁਦ ਦਾ ਕੰਮ ਹੈ ਬਟ ਉਹ ਰਜਿਸਟਰਡ ਨਹੀਂ ਹੈ, ਮੇਰੇ ਕੋਲ ਕਰੰਟ ਅਕਾਊਂਟ ਨਹੀਂ ਹੈ, ਮੇਰੇ ਸਾਰੀ ਪੇਮੈਂਟ ਜਿਹੜੇ ਮੇਰੇ ਸੇਵਿੰਗ ਅਕਾਊਂਟ 'ਚ ਆਉਂਦੀ, ਸੋ ਦੈਟ ਮੀਨਸ ਤੁਹਾਡਾ ਕੇਸ ਥੋੜ੍ਹਾ ਜਿਹਾ ਕਮਜ਼ੋਰ ਹੈ ਜੀ। ਔਰ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਇਹ ਸਵਾਲ ਵੀ ਹੁੰਦਾ ਕਿ ਸਾਡਾ ਬਿਜ਼ਨਸ ਜੋ ਹੈ ਉਹ ਕਿੰਨਾ ਕੁ ਛੋਟਾ ਜਾਂ ਕਿੰਨਾ ਕੁ ਵੱਡਾ, ਸੋ ਉਸ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਹੁੰਦੀ ਹੈ? ਦੇਖੋ ਜਦੋਂ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡਾ ਖੁਦ ਦਾ ਬਿਜ਼ਨਸ ਹੈ ਔਰ ਉਹ ਫੁੱਲ ਫਲੈਜ ਚੱਲ ਰਿਹਾ ਹੈ। ਫੁੱਲ ਫਲੈਜ ਚੱਲਣ ਦਾ ਮਤਲਬ ਆ ਮੇਰੀ ਛੋਟੀ ਜਿਹੀ ਇੱਕ ਦੁਕਾਨ ਹੈ ਜੀ, ਕੱਪੜੇ ਦੀ ਦੁਕਾਨ ਹੈ ਲੈਟਸ ਸੇ। ਹੁਣ ਕੱਪੜੇ ਦੀ ਦੁਕਾਨ ਦੇ ਵਿੱਚ ਤੁਸੀਂ ਡੇਲੀ ਤੁਹਾਡੇ ਕੋਲ ਪੇਮੈਂਟ ਆ ਰਹੀ ਹੈ, ਤੁਹਾਡੀ ਖਰੀਦਦਾਰੀ ਵੀ ਹੋ ਰਹੀ ਹੈ ਔਰ ਤੁਸੀਂ ਕਲਾਇੰਟ ਕੋਲੋਂ ਪੇਮੈਂਟ ਵੀ ਲੈ ਰਹੇ ਹੋ ਜੀ, ਉਹ ਚੀਜ਼ ਤੁਹਾਡੇ ਬੈਂਕ ਅਕਾਊਂਟ 'ਚ ਰਿਫਲੈਕਟ ਹੋਣੀ ਚਾਹੀਦੀ ਹੈ। ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਤੁਹਾਡਾ ਬਿਜ਼ਨਸ ਹੈ, ਕਹਿੰਦੇ ਜੀ ਪੁਰਾਣੀ ਮੇਰੀ ਦੁਕਾਨ ਹੈ, ਉਹਦੀ ਅਗਰ ਉਹ ਪੁਰਾਣੀ ਦੁਕਾਨ ਹੈ ਉਹਦੀ ਰੈਂਟ ਡੀਡ ਬਣੀ ਹੋਈ ਹੈ, ਤੁਸੀਂ ਰੈਂਟ ਦਿੰਦੇ ਹੋ ਜਾਂ ਤੁਹਾਡੇ ਨਾਮ 'ਤੇ ਆਪਣੀ ਦੁਕਾਨ ਹੈ, ਉਹਦੇ ਗਵਰਨਮੈਂਟ ਦੇ ਜਿਹੜੇ ਪ੍ਰੂਫ ਹੋਣਗੇ ਉਹ ਲਗਾਵਾਂਗੇ ਤਾਂ ਉਹ ਜ਼ਿਆਦਾ ਬੈਟਰ ਹੈ। ਛੋਟਾ ਬਿਜ਼ਨਸ ਵੱਡੇ ਬਿਜ਼ਨਸ ਦਾ ਫਰਕ ਸਿਰਫ ਇੰਨਾ ਹੋਏਗਾ ਕਿ ਵੱਡੇ ਬਿਜ਼ਨਸ 'ਚ ਤੁਹਾਡੇ ਕੋਲ ਪੇਮੈਂਟ ਜ਼ਿਆਦਾ ਆ ਰਹੀਆਂ ਹੋਣਗੀਆਂ, ਉਹਨਾਂ ਦਾ ਵੀਜ਼ਾ ਲੱਗਣਾ ਸੌਖਾ ਹੈ ਕਿ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦੇ ਕੋਲ 5 ਲੱਖ 10 ਲੱਖ ਰੁਪਇਆ ਪਰ ਡੇ ਦੇ ਹਿਸਾਬ ਨਾਲ ਆ ਰਿਹਾ ਹੈ ਤੇ ਇਹਨਾਂ ਕੋਲ ਕਾਫੀ ਪੈਸਾ ਹੈ, ਇਹ ਦੈਟ ਮੀਨਸ ਇਹਨਾਂ ਕੋਲ ਵਾਪਸ ਰਿਟਰਨ ਆਉਣ ਦਾ ਰੀਜ਼ਨ ਹੈ। ਅਗਰ ਤੁਹਾਡੇ ਅਕਾਊਂਟ ਦੇ ਵਿੱਚ 1 ਲੱਖ 1.5 ਲੱਖ ਰੁਪਏ ਹੀ ਆ ਰਿਹਾ ਮਹੀਨੇ ਦਾ, ਸੋ ਦੈਟ ਮੀਨਸ ਕੰਮ ਇੰਨਾ ਘੱਟ ਹੈ, ਪੇਮੈਂਟ ਵੀ ਘੱਟ ਹੈ, ਤੇ ਤੁਸੀਂ ਕਹਿ ਰਹੇ ਹੋ ਮੈਂ ਘੁੰਮਣ ਜਾ ਰਿਹਾ ਜੀ ਟੂਰਿਸਟ ਵੀਜ਼ਾ ਤੇ ਤੁਹਾਡੇ ਕੋਲ ਪੇਮੈਂਟ ਹੀ ਘੱਟ ਹੈ, ਤੇ ਤੁਸੀਂ ਘੁੰਮਣ ਕਿੱਥੋਂ ਜਾਓਗੇ ਜਦ 60-70 ਹਜ਼ਾਰ ਰੁਪਏ ਦੀ ਟਿਕਟ ਹੀ ਲੱਗ ਜਾਣੀ ਹੈ, ਤੇ ਜਿੰਨਾ ਤੁਹਾਡਾ ਮਹੀਨੇ ਦਾ ਕਮਾ ਰਹੇ ਹੋ ਉਨੇ ਤਾਂ ਟਿਕਟ ਦਾ ਖਰਚਾ ਆ ਗਿਆ, ਤੇ ਉੱਥੇ ਜਾ ਕੇ ਸਪੈਂਡ ਕੀ ਕਰੋਗੇ? ਸੋ ਇਹ ਰੀਜ਼ਨ ਸਾਰੇ ਦੇਖਣੇ ਪੈਂਦੇ। ਔਰ ਜੇ ਆਪਾਂ ਇਹ ਵੀ ਸੁਣਨ ਵਿੱਚ ਆਪਾਂ ਨੂੰ ਮਿਲਦਾ ਕਿ ਜੋ ਯੂਕੇ ਹੈ, ਆਪਾਂ ਅਗਰ ਯੂਕੇ ਦਾ ਟੂਰਿਸਟ ਵੀਜ਼ਾ ਲਗਾਉਣਾ ਤਾਂ ਫਾਈਨੈਂਸ ਪ੍ਰੋਬਲਮ ਜੋ ਬਹੁਤ ਸਾਰੀਆਂ ਆਉਂਦੀਆਂ ਨੇ, ਤੁਹਾਡੇ ਫਾਈਨੈਂਸ਼ੀਅਲੀ ਤੁਸੀਂ ਕਿੰਨੇ ਕੁ ਸਟਰੋਂਗ ਹੋਣੇ ਚਾਹੀਦੇ ਹੋ? ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ, ਕਿਸੇ ਵੀ ਕੰਟਰੀ ਲਈ ਅਗਰ ਤੁਸੀਂ ਜਾਣਾ ਹੈ, ਲੈਟਸ ਜਸਟ ਸੇ ਅਗਰ ਮੈਂ ਕਹਿੰਦਾ ਕਿ ਅਸੀਂ ਸਿੰਗਾਪੁਰ ਜਾ ਰਹੇ ਹਾਂ, ਬਹੁਤ ਨੀਅਰ ਬਾਏ ਹੈ, ਉੱਥੇ ਦੀ ਟਿਕਟ ਹੀ 15 ਜਾਂ 20 ਹਜ਼ਾਰ ਰੁਪਏ ਦੀ ਹੈ, ਐਂਡ ਉੱਥੇ ਤੁਸੀਂ ਜਦੋਂ ਘੁੰਮਣ ਜਾਂਦੇ ਹੋ ਤੁਹਾਡਾ 40-50 ਹਜ਼ਾਰ ਰੁਪਏ ਉੱਪਰ ਖਰਚ ਹੋ ਗਿਆ, ਸੋ ਦੈਟ ਮੀਨਸ ਤੁਹਾਡਾ ਲੱਖ ਰੁਪਏ ਦੇ ਵਿੱਚ ਸਾਰਾ ਸਿਸਟਮ ਬਣ ਗਿਆ। ਬਟ ਅਗਰ ਤੁਸੀਂ ਯੂਕੇ ਜਾ ਰਹੇ ਹੋ, ਤੁਹਾਨੂੰ ਟਿਕਟ ਹੀ 40 ਤੋਂ 50 ਹਜ਼ਾਰ ਰੁਪਏ ਦੀ ਮਿਲ ਰਹੀ ਹੈ, ਸੋ ਦੈਟ ਮੀਨਸ ਟਿਕਟ 50 ਹਜ਼ਾਰ ਦੀ ਆ ਗਈ, ਫਿਰ ਹੋਟਲ ਦਾ ਖਰਚਾ, ਰਹਿਣ ਖਾਣ ਪੀਣ ਦਾ, ਘੁੰਮਣ ਦਾ ਖਰਚਾ ਅਲੱਗ, ਸੋ ਦੈਟ ਮੀਨਸ ਤੁਹਾਡਾ ਉੱਥੇ 1.5 ਤੋਂ 2 ਲੱਖ ਰੁਪਏ ਜਾਂ 2.5 ਲੱਖ ਰੁਪਏ ਇੱਕ ਬੰਦੇ ਦਾ ਸਪੈਂਡ ਹੋ ਗਿਆ। ਅਗਰ ਇੰਨੀ ਪੇਮੈਂਟ ਸਪੈਂਡ ਹੋ ਰਹੀ ਹੈ ਤਾਂ ਤੁਹਾਡੇ ਕੋਲ ਵਾਪਸ ਅਕਾਊਂਟ ਦੇ ਵਿੱਚ ਬਚਣਾ ਵੀ ਚਾਹੀਦਾ ਹੈ, ਕਿਉਂਕਿ ਤੁਸੀਂ ਇੱਥੇ ਰਹਿਣਾ ਵੀ ਹੈ, ਖਾਣਾ ਪੀਣਾ ਆਪਣਾ ਖਰਚਾ ਵੀ ਡੇਲੀ ਦਾ ਚਲਾਉਣਾ ਹੈ। ਜਿਹੜੀ ਤੁਹਾਡੇ ਉੱਤੇ ਅਗਰ ਤੁਹਾਡੇ ਮੈਰਿਜ ਹੋਈ ਹੈ, ਤੁਹਾਡੇ ਬੱਚੇ ਡਿਪੈਂਡੈਂਟ ਹੈ ਤੁਹਾਡੇ 'ਤੇ, ਵਾਈਫ ਤੁਹਾਡੇ 'ਤੇ ਡਿਪੈਂਡੈਂਟ, ਉਹਨਾਂ ਦੀ ਫੀਸਿਸ ਵਗੈਰਾ ਹੋਰ ਖਰਚੇ ਘਰ ਦੇ ਕਰਨੇ ਆ, ਸੋ ਤੁਹਾਡੇ ਕੋਲ ਇੰਨੇ ਸਫੀਸ਼ੀਐਂਟ ਫੰਡ ਹੋਣੇ ਚਾਹੀਦੇ ਆ ਕਿ ਤੁਸੀਂ ਕਹੋਗੇ ਕਿ ਮੈਂ 3 ਲੱਖ ਰੁਪਏ ਮੇਰੇ ਕੋਲ ਘੁੰਮਣ ਫਿਰਨ ਲਈ ਪਿਆ ਹੈ, 2-3 ਲੱਖ ਰੁਪਏ ਮੇਰੇ ਕੋਲ ਐਕਸਟਰਾ ਪਿਆ ਆ ਤਾਂ ਕਿ ਮੇਰੇ ਕੋਲ ਅਗਰ ਮੈਂ ਘੁੰਮ ਫਿਰ ਕੇ ਵਾਪਸ ਆਊਂਗਾ ਤਾਂ ਮੈਂ ਖਾਲੀ ਨਹੀਂ ਹੋ ਗਿਆ, ਬੈਂਕਰਪਟ ਨਹੀਂ ਹੋ ਗਿਆ, ਮੇਰੇ ਕੋਲ ਇੰਨੀ ਪੇਮੈਂਟ ਹੈਗੀ ਹੈ ਕਿ ਮੈਂ ਅੱਗੇ ਫਿਰ ਆਪਣੇ 4-5 ਮਹੀਨੇ ਨਿਕਾਲ ਸਕਦਾ। ਮੈਕਸਿਮਮ ਕਿੰਨੀ ਮਨੀ ਬੈਂਕ ਅਕਾਊਂਟ 'ਚ ਹੋਣੀ ਚਾਹੀਦੀ ਹੈ? ਦੇਖੋ ਆਪਾਂ ਮੈਕਸਿਮਮ ਤਾਂ ਜਿੰਨਾ ਮਰਜ਼ੀ ਕਰ ਲਓ, ਮਿਨੀਮਮ 4 ਤੋਂ 5 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਜਿਹੜਾ ਆ ਲਿਕੁਇਡ ਮਨੀ ਕੈਸ਼ ਜਿਹੜਾ ਹੈ ਉਹ ਹੋਣਾ ਚਾਹੀਦਾ, ਚਾਹੇ ਉਹਨੂੰ FD ਮੰਨ ਲਈਏ ਜਾਂ ਆਪਾਂ ਸੇਵਿੰਗਸ ਮੰਨ ਲਈਏ। ਤੇ ਯੂਕੇ ਦੇ ਜਦੋਂ ਆਪਾਂ ਟੂਰਿਸਟ ਵੀਜ਼ਾ ਲਗਾਉਂਦੇ ਹਾਂ, ਕਈ ਲੋਕਾਂ ਦੀ ਰਿਫਿਊਜ਼ਲ ਵੀ ਲੱਗ ਜਾਂਦੀ ਹੈ, ਰਿਫਿਊਜ਼ਲ ਦੇ ਵਿੱਚ ਯੂਕੇ ਜੋ ਹੈ ਕੀ ਕਾਰਨ ਦਿੰਦੀ ਹੈ ਕੰਟਰੀ? ਦੇਖੋ ਡਿਪੈਂਡ ਕਰਦਾ ਕੇਸ ਟੂ ਕੇਸ, ਤੁਸੀਂ ਕਿਸ ਤਰ੍ਹਾਂ ਅਪਲਾਈ ਕੀਤਾ ਹੈ। ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਸਿਰਫ ਘੁੰਮਣ ਜਾ ਰਿਹਾ, ਮੇਰਾ ਉੱਥੇ ਕੋਈ ਰਿਲੇਟਿਵ ਨਹੀਂ ਹੈਗਾ,
ਉਸ ਕੇਸ ਦੇ ਵਿੱਚ ਉਹਨਾਂ ਨੇ ਤੁਹਾਡੇ ਫਾਈਨੈਂਸਿਸ ਦੇਖਣੇ ਆ ਬਿਕਾਜ਼ ਤੁਹਾਡਾ ਰਿਲੇਟਿਵ ਨਹੀਂ ਹੈਗਾ। ਅਗਰ ਤੁਹਾਡੇ ਉੱਥੇ ਰਿਲੇਟਿਵ ਹੈਗਾ ਹੈ ਤਾਂ ਉਹਨਾਂ ਨੇ ਉਹਨਾਂ ਬਾਰੇ ਕੁਐਸਚਨ ਪੁੱਛਣੇ ਆ, ਉਹ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਹੈ, ਉਹ ਬਲੱਡ ਰਿਲੇਸ਼ਨ ਦੇ ਵਿੱਚ ਜੀ ਜਾਂ ਉਹ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਨੇ। ਅਗਰ ਤਾਂ ਬਲੱਡ ਰਿਲੇਸ਼ਨ ਦੇ ਵਿੱਚ ਹੈ ਤਾਂ ਉਹ ਪੋਜ਼ਿਟਿਵ ਹੋ ਜਾਂਦਾ ਜ਼ਿਆਦਾ। ਅਗਰ ਬਲੱਡ ਰਿਲੇਸ਼ਨ 'ਚ ਤੁਸੀਂ ਉਹਨਾਂ ਕੋਲ ਸਪੋਂਸਰਸ਼ਿਪ ਮੰਗਾ ਸਕਦੇ ਹੋ, ਉਹਨਾਂ ਕੋਲੋਂ ਪੇਮੈਂਟ ਦੱਸ ਸਕਦੇ ਹੋ ਵੀ ਉਸ ਮੈਂ ਜਾਊਂਗਾ ਤਾਂ ਉਹਨਾਂ ਦੇ ਘਰ ਹੀ ਰਹਿਣਾ ਹੈ, ਸੋ ਮੇਰਾ ਰਹਿਣ ਦਾ ਖਰਚਾ ਨਹੀਂ ਹੋਣਾ। ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਮੇਰਾ ਉੱਥੇ ਘੁਮਾਉਣ ਫਿਰਾਉਣ ਦਾ ਖਾਣ ਪਿਆਉਣ ਦਾ ਖਰਚਾ ਉਹੀ ਚੱਕਣਗੇ, ਉਹ ਇੱਕ ਲੈਟਰ ਦੇ ਵਿੱਚ ਲਿਖ ਕੇ ਦੇ ਦਿੰਦੇ। ਸੋ ਦੈਟ ਮੀਨਸ ਤੁਹਾਡੇ ਅਕਾਊਂਟ 'ਚ 3-4 ਲੱਖ ਰੁਪਏ ਵੀ ਹੋਏਗਾ ਹੁਣ ਤਾਂ ਵੀ ਸਫੀਸ਼ੀਐਂਟ ਹੈ। ਬਿਲਕੁਲ ਠੀਕ ਹੈ ਜੀ। ਇਸ ਤੋਂ ਇਲਾਵਾ ਯੂਕੇ ਦੀ ਜਿਹੜੀ ਇਮੀਗ੍ਰੇਸ਼ਨ ਵਾਲੇ ਆ ਉਹ ਹਮੇਸ਼ਾ ਤੁਹਾਡੇ ਫਾਈਨੈਂਸਿਸ ਨੂੰ ਇੱਦਾਂ ਚੈੱਕ ਕਰਦੇ ਆ, ਉਹ ਪੁੱਛਦੇ ਆ ਤੁਹਾਡੇ ਕੋਲ ਅਕਾਊਂਟ ਦੇ ਵਿੱਚ 4 ਲੱਖ ਰੁਪਏ ਹੈ, ਤੁਸੀਂ ਕਹਿ ਰਹੇ ਹੋ ਕਿ ਮੈਂ 2 ਲੱਖ ਰੁਪਏ ਪਲਾਨ ਕੀਤਾ ਖਰਚ ਕਰਨ ਦੇ ਲਈ, ਤੁਹਾਡੇ 'ਤੇ ਬੱਚੇ ਡਿਪੈਂਡੈਂਟ ਨੇ, ਵਾਈਫ ਡਿਪੈਂਡੈਂਟ ਨੇ, ਤੁਹਾਡਾ ਮੰਥਲੀ ਖਰਚਾ ਲੱਖ ਰੁਪਏ ਹੈ, ਤੁਹਾਡੇ ਕੋਲ 4 ਲੱਖ ਸੀਗਾ, 3 ਲੱਖ ਰੁਪਏ ਤੁਸੀਂ ਖਰਚਾ ਦਿਖਾਤਾ, ਤੁਹਾਡੇ ਕੋਲ ਸੇਵਿੰਗ ਸਿਰਫ ਬਚਿਆ ਲੱਖ ਰੁਪਏ। 1 ਲੱਖ ਉਹ ਵੀ ਤੁਸੀਂ ਵੈਲਿਊਜ਼ ਜੋ ਦਿੱਤੀਆਂ ਹੋਈਆਂ ਉਹਨਾਂ ਨੂੰ ਦੱਸੀਆਂ ਹੋਈਆਂ ਆ, ਉਹਦੇ 'ਚ 1 ਲੱਖ ਰੁਪਏ ਬਚਿਆ ਤੇ 1 ਲੱਖ ਰੁਪਏ ਤੋਂ ਬਾਅਦ ਵੱਧ ਵੀ ਲੱਗ ਸਕਦਾ ਤੁਹਾਡਾ, ਤੁਸੀਂ ਬਾਹਰ ਘੁੰਮਣ ਜਾ ਰਹੇ ਹੋ। ਸੋ ਇਹਨਾਂ ਚੀਜ਼ਾਂ ਦੇ ਵਿੱਚ ਡਾਊਟ ਕ੍ਰੀਏਟ ਕਰਕੇ ਤੁਹਾਨੂੰ ਵੀਜ਼ਾ ਜਿਹੜਾ ਰਿਫਿਊਜ਼ ਕਰ ਦਿੰਦੇ। ਸੋ ਫਾਈਨੈਂਸਿਸ ਨੂੰ ਹਮੇਸ਼ਾ ਕਲੀਅਰਲੀ ਮੈਂਸ਼ਨ ਕਰਨਾ ਚਾਹੀਦਾ ਜਦੋਂ ਵੀ ਅਸੀਂ ਯੂਕੇ ਦੇ ਕੇਸ ਵਿੱਚ ਅਪਲਾਈ ਕਰਦੇ। ਪਰ ਇੱਥੇ ਮੇਰੇ ਦਿਲ ਵਿੱਚ ਇੱਕ ਸਵਾਲ ਉੱਠਦਾ ਕਿ ਜੇ ਤਾਂ ਸਿੰਗਲ ਬੰਦਾ ਅਪਲਾਈ ਕਰ ਰਿਹਾ ਫਿਰ ਤਾਂ ਤੁਸੀਂ ਕਹਿ ਦਿੱਤਾ ਕਿ 5-6 ਲੱਖ ਮਿਨੀਮਮ ਹੈ, ਪਰ ਜੇ ਉਸ ਦੇ ਉੱਪਰ ਇੰਨੀ ਸਾਰੀਆਂ ਰਿਸਪੌਂਸਿਬਿਲਿਟੀਜ਼ ਨੇ, ਇੱਕ ਫੈਮਿਲੀ ਵਾਲਾ ਬੰਦਾ ਤਾਂ ਫਿਰ ਵੀ 5-6 ਲੱਖ ਸਫੀਸ਼ੀਐਂਟ ਹੈ ਜਾਂ ਫਿਰ ਨਹੀਂ ਸਫੀਸ਼ੀਐਂਟ ਨਹੀਂ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਐਕਸਪਲੇਨ ਕੀਤਾ ਕਿ ਤੁਹਾਨੂੰ ਆਪਣੇ ਜਿਹੜੇ ਫਾਈਨੈਂਸਿਸ ਆ ਉਹ ਗਵਰਨਮੈਂਟ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨੇ ਪੈਣਗੇ ਜੀ। ਉਹਨਾਂ ਨੂੰ ਦੱਸਣਾ ਪਏਗਾ ਕਿ ਮੇਰੇ ਕੋਲ ਅਗਰ ਮੈਂ 5 ਲੱਖ ਰੁਪਏ ਮੇਰੇ ਕੋਲ ਹੈ, 3 ਲੱਖ ਰੁਪਏ ਮੈਂ ਸਪੈਂਡ ਕਰ ਦਿੱਤਾ ਤੇ ਮੇਰੇ ਕੋਲ 2 ਲੱਖ ਰੁਪਏ ਬਚ ਰਿਹਾ ਹੈ ਐਂਡ ਪਲੱਸ ਮੇਰੀ ਮੈਕਸਿਮਮ ਕਿੰਨਾ ਮਿਨੀਮਮ ਕਿੰਨਾ ਹੋਣਾ ਚਾਹੀਦਾ? ਮਿਨੀਮਮ ਤਾਂ ਦੇਖੋ ਤੁਸੀਂ 3 ਤੋਂ 4 ਲੱਖ ਰੁਪਏ ਤਾਂ ਇੱਕ ਬੰਦਾ ਦੇ ਅਕਾਊਂਟ ਵਿੱਚ ਹੋਣਾ ਚਾਹੀਦਾ ਹੈ। ਅਗਰ ਜਿੰਨੇ ਤੁਹਾਡੇ ਕੋਲ ਬੰਦੇ ਮੈਂਬਰ ਜ਼ਿਆਦਾ ਨੇ ਤਾਂ ਉਨੇ ਹੀ ਤੁਸੀਂ ਪਰ ਮੈਂਬਰ 2 ਤੋਂ 2.5 ਲੱਖ ਰੁਪਏ ਐਕਸਟਰਾ ਲਗਾ ਕੇ ਚੱਲੋ। ਠੀਕ ਹੈ। ਤੇ ਜੇ ਆਪਾਂ ਟੂਰਿਸਟ ਪੈਕੇਜ ਦੀ ਗੱਲ ਕਰੀਏ, ਬਹੁਤ ਸਾਰੀਆਂ ਕੰਪਨੀਆਂ ਨੇ ਜੋ ਟੂਰਿਸਟ ਪੈਕੇਜ ਦੇ ਰਹੀਆਂ ਨੇ, ਸਾਨੂੰ ਉਹ ਲੈਣੇ ਚਾਹੀਦੇ ਨੇ ਜਾਂ ਫਿਰ ਆਪਣਾ ਖੁਦ ਦਾ ਇੱਕ ਵੀਜ਼ਾ ਲਗਾ ਕੇ ਜਾਣਾ ਚਾਹੀਦਾ? ਦੇਖੋ ਜਿਹੜੀਆਂ ਵੱਡੀ ਕੰਟਰੀਜ਼ ਨੇ ਉਹਨਾਂ 'ਚ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਹਮੇਸ਼ਾ ਇੱਕ ਕੁਐਸਚਨ ਲਗਾ ਦਿੰਦੇ ਨੇ ਕਿ ਤੁਹਾਡੀ ਟਰੈਵਲ ਹਿਸਟਰੀ ਜਿਹੜੀ ਹੈ ਉਹ ਬੜੀ ਕਮਜ਼ੋਰ ਹੈ। ਉਸ ਪਰਪਸ ਲਈ ਲੋਕੀ ਟੂਰ ਪੈਕੇजेस ਲੈਂਦੇ ਨੇ ਜਾਂ ਖੁਦ ਆਪਣਾ ਵੀਜ਼ਾ ਲਗਾ ਕੇ ਬਾਹਰ ਘੁੰਮਣ ਜਾਂਦੇ ਨੇ। ਜੀ ਬਿਲਕੁਲ। ਜਿਹੜੇ ਤਾਂ ਟੂਰ ਪੈਕੇजेस ਆ ਉਹ ਹਮੇਸ਼ਾ ਤੁਹਾਨੂੰ ਚੀਪ ਪੈਣਗੇ ਜੀ। ਉਹਨਾਂ 'ਚ ਤੁਹਾਨੂੰ ਟੈਨਸ਼ਨ ਕੋਈ ਨਹੀਂ ਰਹੇਗੀ ਬਿਕਾਜ਼ ਉਹਨਾਂ ਨੇ ਤੁਹਾਡਾ ਵੀਜ਼ਾ ਵੀ ਕਰਾ ਕੇ ਦੇ ਦੇਣਾ, ਉਹਨਾਂ ਨੇ ਤੁਹਾਡੇ ਲਈ 에ਅਰ ਟਿਕਟ ਵੀ ਬੁੱਕ ਕਰ ਦੇਣੀ, ਪਲਾਨ ਕਰ ਦੇਣੀ, ਉਹਨਾਂ ਨੇ ਤੁਹਾਡੇ ਲਈ ਹੋਟਲ ਵੀ ਬੁੱਕ ਕਰ ਦੇਣਾ ਹੈ ਔਰ ਉਹਨਾਂ ਨੇ ਕਿਸ ਦਿਨ ਤੁਹਾਨੂੰ ਹੋਟਲ ਤੋਂ ਪਿਕ ਕੀਤਾ ਜਾਏਗਾ, ਸਿਟੀ 'ਚ ਕਿੱਥੇ ਘੁਮਾਇਆ ਜਾਏਗਾ, ਵਾਪਸ ਤੁਹਾਨੂੰ ਲਿਆ ਕੇ ਛੱਡਿਆ ਜਾਏਗਾ, ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੋ ਜਾਂਦੀ ਹੈ। ਜੀ। ਅਗਰ ਤੁਸੀਂ ਖੁਦ ਅਪਲਾਈ ਕਰਦੇ ਹੋ ਵੀਜ਼ਾ ਤਾਂ ਤੁਹਾਨੂੰ ਸਾਰੀ ਟੈਨਸ਼ਨ ਖੁਦ ਲੈਣੀ ਪਏਗੀ, ਤੁਹਾਨੂੰ ਅਪਲਾਈ ਵੀ ਖੁਦ ਕਰਨਾ ਪਏਗਾ, ਡਾਕੂਮੈਂਟੇਸ਼ਨ ਵੀ ਸਾਰੀ ਖੁਦ ਸਬਮਿਸ਼ਨ ਦੇਣੀ ਪਏਗੀ, ਫਿਰ ਟਿਕਟ ਵੀ ਖੁਦ ਬੁੱਕ ਕਰਨੀ ਪਏਗੀ, ਕਿਹੜੀ ਡੇਟ ਨੂੰ ਜਾਣਾ ਹੈ, ਕਿਹੜੀ ਡੇਟ ਨੂੰ ਵਾਪਸ ਆਉਣਾ ਹੈ, ਹੋਟਲ ਕਿੰਨੇ ਦਿਨ ਲਈ ਬੁੱਕ ਕਰਨਾ ਹੈ, ਤੇ ਉੱਥੇ ਜਾ ਕੇ ਫਿਰ ਤੁਸੀਂ ਸਿਟੀ 'ਚ ਲੈ ਜੈਸੇ ਤੁਸੀਂ ਸਿੰਗਾਪੁਰ ਘੁੰਮਣ ਗਏ ਹੋ, ਉੱਥੇ ਜਾ ਕੇ ਤੁਸੀਂ ਸੈਂਟੋਸਾ ਆਈਲੈਂਡ ਉੱਥੇ ਦਾ ਫੇਮਸ ਮੈਂ ਘੁੰਮਣ ਜਾਣਾ, ਉਹਦੇ ਲਈ ਤੁਹਾਨੂੰ ਟਿਕਟ ਖੁਦ ਅਰੇਂਜ ਕਰਨੀ ਪੈਣੀ ਹੈ, ਟਰੈਵਲ ਖੁਦ ਅਰੇਂਜ ਕਰਨਾ ਪਏਗਾ। ਉੱਥੇ ਨਾਈਟ ਸਫਾਰੀ ਇੱਕ ਬਹੁਤ ਫੇਮਸ ਆ, ਉਹਦੀ ਟਾਈਮਿੰਗ ਕੀ ਹੋਏਗੀ, ਟਿਕਟ ਕਿੱਦਾਂ ਬਾਏ ਕਰਨੀ, ਤੁਹਾਨੂੰ ਸਾਰੀ ਟੈਨਸ਼ਨ ਖੁਦ ਲੈਣੀ ਪਏਗੀ। ਸੋ ਟੂਰ ਪੈਕੇਜ ਅਗਰ ਤੁਹਾਨੂੰ ਕੋਈ ਬੈਟਰ ਮਿਲ ਜਾਂਦਾ ਹੈ ਤਾਂ ਤੁਹਾਨੂੰ ਉਹ ਲੈ ਲੈਣਾ ਚਾਹੀਦਾ ਹੈ ਇਨਸਟੈਡ ਆਫ ਖੁਦ ਅਪਲਾਈ ਆਪਣੇ ਆਪ ਸਾਰਾ ਕਰਨ ਦੀ ਬਜਾਏ। ਅਗਰ ਤੁਸੀਂ ਕੁਝ ਫਰੈਂਡਸ ਮਿਲ ਕੇ ਜਾ ਰਹੇ ਹੋ, ਕਹੋ ਕਿ ਮੈਂ ਪੈਸੇ ਬਚਾ ਲੈਣੇ ਆ, ਕਿਉਂਕਿ ਕਈ ਵਾਰ ਇੱਦਾਂ ਵੀ ਹੁੰਦਾ ਟੂਰ ਪੈਕੇਜ ਜਿਹੜਾ ਹੈ ਟੂਰਿਸਟ ਦਾ ਜਿਹੜਾ ਟੂਰ ਪੈਕੇਜ ਲੈਂਦੇ ਉਹ ਮਹਿੰਗਾ ਵੀ ਪੈ ਜਾਂਦਾ ਹੈ। ਡਿਪੈਂਡ ਕਰਦਾ ਤੁਸੀਂ 5 ਸਟਾਰ ਹੋਟਲ 'ਚ ਰੁਕ ਰਹੇ ਹੋ, 4 ਸਟਾਰ ਹੋਟਲ 'ਚ ਰੁਕ ਰਹੇ ਹੋ ਔਰ 에ਅਰਲਾਈਨ ਕਿਹੜੀ ਯੂਜ਼ ਕਰ ਰਹੇ ਹੋ। ਸਿਰਫ ਇਹਨਾਂ ਦੋ ਚੀਜ਼ਾਂ ਨੂੰ ਅਗਰ ਤੁਸੀਂ ਮੈਨੇਜ ਖੁਦ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਲਈ ਸਾਰਾ ਕੁਝ ਜਿਹੜਾ ਹੈ ਉਹ ਈਜ਼ੀ ਹੋ ਜਾਏਗਾ। ਸਮਟਾਈਮਸ ਲੋਕੀ ਕੀ ਕਰਦੇ ਆ, ਵੀਜ਼ਾ ਖੁਦ ਲਗਾ ਲੈਂਦੇ ਆ ਲੇਕਿਨ ਫਲਾਈਟ ਵੀ ਖੁਦ ਬੁੱਕ ਕਰ ਲੈਂਦੇ ਆ, ਲੈਂਡ ਪੈਕੇਜ ਬਾਏ ਕਰ ਲੈਂਦੇ ਆ। ਲੈਂਡ ਪੈਕੇਜ ਕੀ ਹੁੰਦਾ, ਹੋਟਲ ਹੁੰਦਾ ਹੈ ਤੇ ਉੱਥੇ ਦਾ ਟਰੈਵਲ ਤੇ ਜਿਹੜਾ ਘੁੰਮਣਾ ਫਿਰਨਾ ਉਹਦੇ 'ਚ ਐਡ ਹੋ ਜਾਂਦਾ ਹੈ। ਜੀ। ਤੇ ਇੱਕ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦੀ ਹਾਂ ਕਿ ਸ਼ੈਂਗਨ ਕੰਟਰੀਜ਼ ਦੇ ਬਾਰੇ, ਕਿ ਉੱਥੇ ਜੇ ਆਪਾਂ ਟੂਰਿਸਟ ਵੀਜ਼ੇ ਤੇ ਜਾਂਦੇ ਆ ਤਾਂ ਉਹਦਾ ਕੀ ਪ੍ਰੋਸੀਜਰ ਰਹਿੰਦਾ ਹੈ? ਦੇਖੋ ਸ਼ੈਂਗਨ ਕੰਟਰੀ ਦੇ ਵਿੱਚ ਕਾਫੀ ਸਾਰੀਆਂ ਕੰਟਰੀਜ਼ ਜਿਹੜੀਆਂ ਆ ਉਹ ਇਕੱਠੀਆਂ ਨੇ, ਜਿੱਦਾਂ ਕਿ ਗ੍ਰੀਸ ਹੋ ਗਿਆ, ਪੁਰਤਗਾਲ ਹੋ ਗਿਆ, ਇਟਲੀ ਹੋ ਗਿਆ, ਇਹ ਸਾਰੀ ਕੰਟਰੀਜ਼ ਜਿਹੜੀਆਂ ਨੇ ਇਹਨਾਂ ਨੇ ਇੱਕ ਆਪਣਾ ਬੰਚ ਬਣਾਇਆ ਹੋਇਆ। ਜੀ। ਤੁਸੀਂ ਕਿਸੇ ਇਟਲੀ ਦਾ ਫੋਰ ਐਗਜ਼ਾਮਪਲ ਮੈਂ ਵੀਜ਼ਾ ਅਪਲਾਈ ਕਰ ਦਿੱਤਾ, ਇਟਲੀ ਦਾ ਵੀਜ਼ਾ ਮੈਨੂੰ ਮਿਲ ਗਿਆ, ਉਹ ਤੁਹਾਨੂੰ 30 ਦਿਨ ਦਾ ਵੀਜ਼ਾ ਦੇ ਦਿੱਤਾ ਉਹਨਾਂ ਨੇ। ਜਦੋਂ ਤੁਹਾਨੂੰ ਇਟਲੀ ਦਾ ਵੀਜ਼ਾ ਮਿਲ ਗਿਆ ਦੈਟ ਮੀਨਸ ਤੁਸੀਂ ਹੁਣ ਉਹਨਾਂ ਸਾਰੀ ਕੰਟਰੀਜ਼ ਜਿਹੜੀਆਂ 26 ਕੰਟਰੀਜ਼ ਹੈਗੀਆਂ ਉਹਨਾਂ 'ਚ ਕਿਤੇ ਵੀ ਤੁਸੀਂ ਟਰੈਵਲ ਕਰ ਸਕਦੇ ਹੋ। ਬਟ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਮੈਂ ਇਟਲੀ ਦਾ ਵੀਜ਼ਾ ਅਪਲਾਈ ਕੀਤਾ ਤਾਂ ਇਟਲੀ ਹੀ ਜਾਓਗੇ। ਇਟਲੀ ਜਾਣ ਤੋਂ ਬਾਅਦ ਤੁਸੀਂ ਗ੍ਰੀਸ ਵੀ ਜਾ ਸਕਦੇ ਹੋ, ਪੋਰਚੁਗਲ ਵੀ ਜਾ ਸਕਦੇ ਹੋ ਜਾਂ ਕਿਸੇ ਹੋਰ ਕੰਟਰੀ ਵੀ ਘੁੰਮਣ ਲਈ ਜਾ ਸਕਦੇ ਹੋ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਆਏ ਔਰ
ਇੰਨੀ ਸਾਰੀ ਜੋ ਜਾਣਕਾਰੀ ਹੈ ਸਾਡੇ ਦਰਸ਼ਕਾਂ ਨੂੰ ਮੁਹੱਈਆ ਕਰਵਾਈ। ਹੋਪ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਜੋ ਸਵਾਲਾਤ ਨੇ ਉਹ ਬਿਲਕੁਲ ਕਲੀਅਰ ਹੋ ਗਏ ਹੋਣਗੇ। ਟੂਰਿਸਟ ਵੀਜ਼ੇ ਤੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਸਾਡਾ ਇਹ ਪ੍ਰੋਗਰਾਮ ਦੇਖਣਾ ਬਿਲਕੁਲ ਨਾ ਭੁੱਲੋ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜੋ ਕਿ ਅਸੀਂ ਨੈਕਸਟ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇੱਕ ਫਰਾਡ ਤੋਂ ਬਚ ਕੇ ਸਹੀ ਵੀਜ਼ਾ ਲੈ ਕੇ ਤੁਸੀਂ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਰੌਣਕ ਪੰਜਾਬ ਦੀ ਟੀਵੀ ਦੇ ਨਾਲ ਤੇ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਸਾਡਾ YouTube ਚੈਨਲ RPD24 ਤੇ ਇਸ ਦੇ ਨਾਲ ਹੁਣ ਸਾਨੂੰ ਦੇ ਇਜਾਜ਼ਤ। ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।